ਅੱਜ ਜੀ ਜਿਹੜਾ ਇਹ ਕਿਸਾਨਾਂ ਦਾ ਜੋ ਧਰਨਾ ਸੀਗਾ, ਮੈਂ ਇੱਥੋਂ ਲੰਘ ਰਿਹਾ ਸੀ ਅਸਲ ਦੇ ਵਿੱਚ ਤੇ ਮੈਨੂੰ ਪਤਾ ਲੱਗਾ ਕਿ ਜਿਹੜਾ ਧਰਨਾ ਮੇਰੇ ਭਰਾਵਾਂ ਨੇ ਲਾਇਆ ਆ ਤੇ ਮੇਰਾ ਮਨ ਹੋਇਆ ਤੇ ਮੈਂ ਇੱਥੇ ਰੁਕ ਗਿਆ ਜਾਂਦਾ ਹੋਇਆ। ਔਰ ਮੈਂ ਇਸ ਧਰਨੇ ਨੂੰ ਪ੍ਰੋਪਰ ਪੋਜ਼ਿਟਿਵਿਟੀ ਨਾਲ ਦੇਖਦਾ ਕਿ ਪੂਰਾ ਉਤਸ਼ਾਹ ਹੈ, ਜੋਸ਼ ਆ ਔਰ ਡੈਫੀਨੇਟਲੀ ਜੋ ਇਹ ਜੰਗ ਆ ਇਹਨੂੰ ਅਸੀਂ ਜ਼ਰੂਰ ਜਿੱਤਾਂਗੇ। ਸਰ ਜਿਹੜਾ ਬਿੱਲ ਪਾਸ ਕੀਤਾ ਗਿਆ ਕੈਪਟਨ ਵੱਲੋਂ ਥੋੜਾ ਲੇਟ ਨਹੀਂ ਲੇਟ ਹੋਇਆ, ਥੋੜਾ ਜਿਹਾ ਜਲਦੀ ਕਰਨਾ ਚਾਹੀਦਾ ਸੀ ਕਿਸਾਨ। ਦੇਖੋ ਜੀ, ਕਰਨਾ ਜਲਦੀ ਚਾਹੀਦਾ ਸੀ, ਪਰ ਜੇ ਕਰ ਵੀ ਦਿੱਤਾ ਤਾਂ ਵੀ ਜੇ ਕੋਈ ਚੰਗੀ ਚੀਜ਼ ਕਿਸਾਨਾਂ ਵਾਸਤੇ ਹੋ ਰਹੀ ਹੈ ਉਹਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਤੇ ਉਸ ਚੀਜ਼ ਦਾ ਮਤਲਬ ਉਹਨੂੰ ਪੋਜ਼ਿਟਿਵ ਲੈਣਾ ਚਾਹੀਦਾ ਆ ਤੇ ਜਿਹੜੀਆਂ ਹੋਰ ਮੰਗਾਂ ਨੇ ਉਹ ਸਾਹਮਣੇ ਰੱਖਣੀਆਂ ਚਾਹੀਦੀਆਂ। ਇਹ ਵਧੀਆ ਗੱਲ ਆ ਵੀ ਜੇ ਮਤਲਬ ਸਾਡੇ ਐਨਆਰਆਈ ਭਰਾ ਜਿਨ੍ਹਾਂ ਨੇ ਵਾਪਸ ਜਾਣਾ ਸੀ ਉਹ ਵੀ ਰੁਕ ਗਏ ਨੇ ਔਰ ਉਹ ਕਹਿੰਦੇ ਨੇ ਕਿ ਅਸੀਂ ਇਸ ਮੜੀ ਜੋ ਜੰਗ ਆ ਜਿਹੜੀ ਚੱਲ ਰਹੀ ਨੂੰ ਜਿੱਤ ਕੇ ਵਾਪਸ ਜਾਵਾਂਗੇ ਤੇ ਮੈਂ ਸਾਡੇ ਸਾਰੇ ਐਨਆਰਆਈ ਭਰਾਵਾਂ ਦਾ ਬਹੁਤ ਥੈਂਕ ਯੂ ਕਰਦਾ। ਔਰ ਇਸ ਤੋਂ ਬਿਨਾਂ ਹੋਰ ਵੀ ਜਿੱਦਾਂ ਹੁਣ ਮਤਲਬ ਸਾਡੇ ਸੋਸ਼ਲ ਮੀਡੀਆ ਤੇ ਸਾਨੂੰ ਅਸੀਂ ਪੋਸਟਰ ਬਾਹਰੋਂ ਆਉਂਦੇ ਨੇ, ਜਿਵੇਂ ਸਰੀ ਦੇ ਵਿੱਚ ਪ੍ਰੋਟੈਸਟ ਹੋਇਆ, ਟੋਰਾਂਟੋ ਹੋਇਆ, ਨਿਊਜ਼ੀਲੈਂਡ ਹੋਇਆ, ਆਸਟ੍ਰੇਲੀਆ ਹੋਇਆ। ਸੋ ਜਿੰਨੇ ਸਾਡੇ ਭਰਾ ਸ਼ਾਂਤੀ ਨਾਲ ਪ੍ਰੋਟੈਸਟ ਕਰ ਰਹੇ ਨੇ ਤੇ ਉਹਨਾਂ ਦਾ ਵੀ ਮੈਂ ਦਿਲੋਂ ਸ਼ੁਕਰੀਆ ਕਰਦਾ ਕਿ ਤੁਸੀਂ ਚਾਹੇ ਵਿਦੇਸ਼ ਬੈਠੇ ਹੋ ਪਰ ਆਪਣੇ ਫਰਜ਼ ਨੂੰ ਸਮਝ ਰਹੇ ਹੋ। ਸੋ ਥੈਂਕ ਯੂ ਸੋ ਮਚ। ਦੇਖੋ ਜੀ, ਦੇਖਣਾ ਕਿੱਦਾਂ ਹੈ, ਪੂਰੇ ਪੰਜਾਬ ਦੇ ਵਿੱਚ ਹੀ ਜਿਹੜਾ ਹੈਗਾ ਅੰਬਾਣੀਆਂ ਅੰਡਾਣੀਆਂ ਦੇ ਖਿਲਾਫ ਹੈ, ਜਿਹੜੇ ਸਰਮਾਏਦਾਰ ਕਲਾਸ ਹੈਗੀ ਆ ਮੋਦੀ ਦੇ ਪਿੱਛੇ ਤੇ ਜਿਨ੍ਹਾਂ ਨੂੰ ਸਪੋਰਟ ਕਰਨ ਦੀ ਖਾਤਰ ਮੋਦੀ ਸਾਡੇ ਤੇ ਧੱਕੇ ਦੇ ਨਾਲ ਇਹ ਮਾਰੂ ਬਿੱਲ ਥੋਪ ਰਿਹਾ ਜਾਂ ਹੋਰ ਵੀ ਜਿਹੜੀਆਂ ਨਵੇਂ ਇਹ ਕਾਨੂੰਨ ਲੈ ਕੇ ਆ ਰਿਹਾ ਆ ਸਾਡੇ ਲੋਕਾਂ ਦੀ ਰੀੜ੍ਹ ਦੀ ਹੱਡੀ ਤੋੜਨ ਲਈ। ਸੋ ਜਦੋਂ ਅਸੀਂ ਸਰਮਾਏਦਾਰ ਦੇ ਉੱਤੇ ਜਿਹੜੀ ਹੈਗੀ ਉਹਦੇ ਤੇ ਲੱਤ ਨਹੀਂ ਮਾਰਾਂਗੇ ਨਾ, ਉਨੀ ਦੇਰ ਕੁਛ ਨਹੀਂ ਹੋਣਾ। ਸੋ ਚਾਹੇ ਪੰਪ ਹੋਣ, ਚਾਹੇ ਰਿਲਾਇੰਸ ਸਟੋਰ ਹੋਣ, ਚਾਹੇ ਇਹਨਾਂ ਦੇ ਸੈਲੋਜ਼ ਹੋਣ, ਸਾਨੂੰ ਸਾਰੇ ਬੰਦ ਕਰਨੇ ਪੈਣਗੇ। ਦੱਸਣਾ ਪਊਗਾ ਵਿਦਰੋਹ ਕਰਕੇ ਕਿ ਹਾਂਜੀ ਅਸੀਂ ਇਹੋ ਜਿਹੀਆਂ ਜਿਹੜੀਆਂ ਸਰਮਾਏਦਾਰ ਕਲਾਸਾਂ ਨੇ ਇਹਨਾਂ ਨੂੰ ਨਹੀਂ ਚੱਲਣ ਦੇਵਾਂਗੇ ਜੇ ਇਹ ਸਾਡੇ ਹੱਕਾਂ ਨੂੰ ਮਾਰਦੇ ਰਹਿਣਗੇ। ਸਰ ਠੀਕ ਹੈ, ਚਲੋ ਬਹੁਤ ਵਧੀਆ ਗੱਲ ਆ ਕਿ ਪੰਜਾਬ ਪਹਿਲਾ ਸੂਬਾ ਬਣ ਗਿਆ ਕਿ ਉਹਨੇ ਆਪਣਾ ਇੱਕ ਮਤਾ ਪਾਸ ਕਰਕੇ ਵਿਰੋਧ ਜਿਹੜਾ ਹੈਗਾ ਜ਼ਾਹਰ ਕੀਤਾ ਆ। ਬਟ ਆਪਾਂ ਨੂੰ ਵੀ ਪਤਾ ਹੈ ਕਿ ਆਪਾਂ ਨੂੰ ਪੋਜ਼ਿਟਿਵ ਰਹਿਣਾ ਚਾਹੀਦਾ। ਬਹੁਤ ਖੁਸ਼ੀ ਦੀ ਗੱਲ ਹੈ ਕਿ 115 ਵਿਧਾਇਕ ਪਹਿਲੀ ਵਾਰ ਇੱਕੋ ਚੀਜ਼ ਦੇ ਲਈ ਇਕੱਠੇ ਹੋਏ ਨੇ, ਬਟ ਉਹਦੇ ਵਿੱਚ ਹਜੇ ਵੀ ਕਈ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਹੋਣੀਆਂ ਚਾਹੀਦੀਆਂ ਸੀ। ਫਿਰ ਉੱਥੇ ਗੱਲ ਕੱਲੀ MSP ਵਾਲੀ ਆ ਗਈ ਹੈ ਨਾ ਕਿ MSP ਜਿਹੜੀ ਹੈਗੀ ਆ ਜੇ ਉਸ ਤੇ ਦਾਮ ਤੋਂ ਕੋਈ ਘੱਟ ਖਰੀਦੂਗਾ ਤਾਂ 3 ਸਾਲ ਦੀ ਸਜ਼ਾ। ਬਟ ਗੱਲ ਇਹ ਆ ਕਿ ਖਰੀਦ ਸਾਡੀ ਪੱਕੀ ਹੋਊਗੀ। ਮੇਨ ਇਸ਼ੂ ਤਾਂ ਇਹ ਹੈ ਕਿ ਸਾਡੀ ਖਰੀਦ 100% ਹੋਊਗੀ, ਉਹ ਜ਼ਰੂਰੀ ਆ। ਫਿਰ ਜੇ FCI ਹੀ ਬੰਦ ਹੋ ਗਈ ਤਾਂ ਫਿਰ ਅਸੀਂ ਵੇਚਾਂਗੇ ਵੀ ਕਿਹਨੂੰ। ਸੋ ਇਹ ਸਾਰੇ ਸਵਾਲੀਆ ਨਿਸ਼ਾਨ ਆ, ਸਾਨੂੰ ਇਹ ਸਾਰੀਆਂ ਚੀਜ਼ਾਂ ਨੂੰ ਸੌਰਟ ਆਊਟ ਕਰਨ ਦੀ ਲੋੜ ਆ। ਇਹਦੇ ਵਿੱਚ ਠੀਕ ਆ ਪੰਜਾਬ ਸਾਡਾ ਇਕਜੁੱਟ ਹੋਇਆ ਬਟ ਸਾਨੂੰ ਹੋਰ ਸਟੇਟਸ ਨੂੰ ਵੀ ਨਾਲ ਲੈ ਕੇ ਚੱਲਣਾ ਪਊਗਾ। ਸਿੰਗਰ ਵੀ ਨਾਲ ਖੜੇ ਨੇ, ਬਿਲਕੁਲ ਸਾਰੇ ਇਹ ਸਾਰੇ ਓਬਵੀਅਸਲੀ ਗੱਲ ਇਹ ਕੋਈ ਸਿੰਗਰ ਕਰਕੇ ਨਾਲ ਨਹੀਂ ਗਾ ਜਾਂ ਮੈਂ ਕੋਈ ਵਕੀਲ ਕਰਕੇ ਨਾਲ ਨਹੀਂ। ਅਸੀਂ ਸਾਰੇ ਜਾਣੇ ਸਾਡੀਆਂ ਜਿਹੜੀਆਂ ਜੜ੍ਹਾਂ ਨੇ ਖੇਤੀ ਦੇ ਵਿੱਚ, ਚਾਹੇ ਅੱਜ ਸਾਡੇ ਕਮਾਈ ਦੇ ਸਾਧਨ ਕੋਈ ਹੋਰ ਹੋ ਗਏ ਹੋਣ, ਪਰ ਅਸੀਂ ਜੋ ਅੰਨ ਖਾਂਦੇ ਆ ਉਹ ਵੀ ਅੰਨਦਾਤਾ ਦਾ। ਦੂਜੀ ਗੱਲ ਹੈਗੀ ਆ ਜੇ ਇਹੋ ਜਿਹੇ ਬਿੱਲ ਆਉਂਦੇ ਆ ਤਾਂ ਇਹ ਸਾਰਿਆਂ ਦੇ ਉੱਤੇ ਅਸਰ ਪੈਣਾ ਆ। ਜੇ ਇੱਕ ਕਿਸਾਨ ਆ, ਸਭ ਤੋਂ ਜ਼ਿਆਦਾ ਜਿਹੜੇ ਪਿੰਡਾਂ ਦੇ ਵਿੱਚ ਕਿਸਾਨ ਨੇ ਉਹੀ ਆਪਦੇ ਵਿਆਹਾਂ ਦੇ ਖਰਚੇ ਕਰਦੇ, ਉਹੀ ਸਿੰਗਰਾਂ ਨੂੰ ਬੁਲਾਉਂਦੇ ਆ। ਜੇ ਕਿਸਾਨ ਕਮਾਊਗਾ ਨਹੀਂ ਸਿੰਗਰਾਂ ਨੂੰ ਕਿੱਥੋਂ ਬੁਲਾਊਗਾ, ਕਿਸਾਨ ਕਮਾਊਗਾ ਨਹੀਂ ਗੱਡੀਆਂ ਕਿੱਥੋਂ ਲਿਆਊਗਾ। ਫਿਰ ਇਹੀ ਆ ਜੋ ਸੋਨਾ ਤੋਂ ਲੈ ਲਓ ਜਾਂ ਫਿਰ ਜੇ ਕੱਲ੍ਹ ਨੂੰ ਮੁਸ਼ਕਲ ਪੈਂਦੀ ਹੈ ਵਕੀਲਾਂ ਦੀ ਫੀਸ ਵੀ ਕਿਤੋਂ। ਇਹ ਸਾਰੀਆਂ ਚੀਜ਼ਾਂ ਕੋਰਿਲੇਟਡ ਨੇ। ਸੋ ਸਾਰਿਆਂ ਨੂੰ ਇੱਕ ਦੂਜੇ ਦੇ ਨਾਲ ਖੜਨਾ ਬਣਦਾ ਆ, ਕਿਉਂਕਿ ਜੇ ਆਪਾਂ ਪਹਿਲੇ ਦਿਨ ਤੋਂ ਹੀ ਅਸੀਂ ਤਾਂ ਰੌਲਾ ਪਾ ਰਹੇ ਹਾਂ ਕਿ ਇਹ ਜੇ ਆਪਾਂ ਕਹਿ ਦਈਏ ਇਕੱਲੀ ਕਿਸਾਨੀ ਤੇ ਮਾਰ ਹੈ, ਇਕੱਲੀ ਕਿਸਾਨੀ ਦੀ ਮੁੱਦਾ ਨਹੀਂ ਗਾ, ਇਹ ਪੱਲੇਦਾਰਾਂ ਨੂੰ ਵੀ ਖਤਮ ਕਰੂਗਾ, ਡਰਾਈਵਰਾਂ ਨੂੰ ਵੀ ਕਰੂ, ਛੋਟੀ ਕਿਸਾਨਦਾਰੀ ਈਵਨ ਜਿਹੜੀ ਸ਼ਹਿਰਾਂ ਦੇ ਵਿੱਚ ਸ਼ਹਿਰੀ ਲੋਕਾਂ ਨੂੰ ਲੱਗਦਾ ਕਿ ਸ਼ਾਇਦ ਸ਼ਹਿਰਾਂ ਦੇ ਵਿੱਚ ਇਹਦੇ ਕਰਕੇ ਨੁਕਸਾਨ ਹੀ ਜਾਂ ਸ਼ਹਿਰੀ ਲੋਕਾਂ ਨੂੰ ਜ਼ਿਆਦਾ ਨੁਕਸਾਨ ਹੋਊਗਾ। ਜਿਵੇਂ ਇਹਨਾਂ ਨੇ ਜਿਹੜਾ ਹੈਗਾ ਸਟੋਰੇਜ ਵਾਲੀ ਕੈਪੈਸਿਟੀ ਵਧਾਤੀ ਆ, ਉਹ ਅਨਲਿਮਿਟਿਡ ਕਰਤੀ ਆ, ਉਹ ਕਿੰਨਾ ਵੀ ਸਟੋਰ ਕਰਨਗੇ। ਆਪਦੇ ਇਹਨਾਂ ਨੇ ਐਡੇ ਸੈਲੋਜ਼ ਬਣਾਤੇ ਨੇ, ਸਟੋਰ ਕਰਨਗੇ। ਜਦੋਂ ਡਿਮਾਂਡ ਉਹਦੀ ਵਧੂਗੀ ਤੇ ਸਪਲਾਈ ਘੱਟ ਜੂਗੀ, ਉਦੋਂ ਕੱਢਣਗੇ ਤੇ ਮੋਟੇ ਰੇਟ ਦੇ ਉੱਤੇ ਕੱਢਣਗੇ, ਉਸੇ ਚੀਜ਼ ਦਾ ਰੇਟ ਹਾਈ ਹੋਏਗਾ। ਅੱਜ ਤਾਂ ਅਸੀਂ ਜਦੋਂ 80 ਰੁਪਏ ਹੋ ਜਾਂਦਾ ਸਾਡਾ ਪਿਆਜ਼, ਅਸੀਂ ਉਦੋਂ ਰੌਲਾ ਪਾਉਣ ਲੱਗ ਜਾਂਦੇ ਹਾਂ। ਜੇ ਕੱਲ੍ਹ ਨੂੰ 200-300 ਰੁਪਈਆ ਗਿਆ ਫਿਰ ਆਪਾਂ ਕੀ ਕਰਾਂਗੇ। ਸੋ ਸਾਰਿਆਂ ਨੂੰ ਰਲ ਕੇ ਲੜਨਾ ਚਾਹੀਦਾ ਆ ਤੇ ਵਧੀਆ ਗੱਲ ਆ ਕਿ ਸਾਰੇ ਡਟੇ ਹੋਏ ਆ। ਨੌਜਵਾਨ ਵੀ ਨਾਲ ਖੜਾ ਵਾ ਆਪਣੇ ਕਿਸਾਨ ਦੇ ਨਾਲ। ਨੌਜਵਾਨ ਕਿਸਾਨ ਵੀ ਹੁੰਦਾ ਆ, ਇਕੱਲੇ ਬਜ਼ੁਰਗ ਕਿਸਾਨ ਤਾਂ ਹੈ ਨਹੀਂ ਗੇ ਨਾ। ਨਵੀਂ ਜਨਰੇਸ਼ਨ ਹੈਗੀ ਹੈ ਸੋਚਦੀ ਅਸੀਂ ਨਹੀਂ ਜੀ ਕਰਨਾ, ਉਹ ਵੀ ਖੜੇ ਨੇ। ਕੁਝ NRI ਪਿੱਛੇ ਲੱਗੇ ਸੀਗੇ, NRI ਕਹਿੰਦੇ ਅਸੀਂ ਬਾਹਰ ਨਹੀਂ ਜਾਣਾ, ਆਪਣੇ ਮਾਂ ਪਿਓ ਨਾਲ ਖੜਨਾ। ਬਿਲਕੁਲ ਬਹੁਤ ਵਧੀਆ ਗੱਲ ਆ। ਮੇਰੇ ਖੁਦ ਆਪਣੇ ਮਾਸੀ ਜੀ ਦਾ ਬੇਟਾ ਆ, ਉਹ ਆਸਟ੍ਰੇਲੀਆ ਤੋਂ ਛੱਡ ਕੇ ਖੇਤੀ ਕਰਨ ਆਇਆ। ਸੋ ਅਸੀਂ ਵੀ ਉੱਥੇ ਜਦੋਂ ਅਸੀਂ 25 ਨੂੰ ਸ਼ੰਭੂ ਮੋਰਚਾ ਲਾਇਆ ਸੀ ਸਾਰਿਆਂ ਨੇ ਰਲ ਕੇ, ਤਾਂ ਉੱਥੇ ਵੀ ਬਹੁਤ ਸਾਰੇ ਇਹੋ ਜਿਹੇ ਨੌਜਵਾਨ ਸੀਗੇ ਜਿਨ੍ਹਾਂ ਦੀ PR ਆ ਗਈ ਸੀ, ਉਹ PR ਛੱਡ ਗਏ ਸੀਗੇ ਕਿ ਨਹੀਂ ਅਸੀਂ ਇਸ ਮੂਵਮੈਂਟ ਦੇ ਵਿੱਚ ਨਾਲ ਰਹਿਣਾ ਆ। ਈਵਨ ਸਾਡੇ ਸਰਕਲ 'ਚ ਕੁਝ ਲੋਕ ਜਿਹੜੇ ਕੈਨੇਡਾ ਦੇ ਆ, ਉੱਥੇ ਕੈਨੇਡਾ ਦੇ ਗੁਰਦੁਆਰਿਆਂ ਦੇ ਵਿੱਚ ਉਹ ਰੋਜ਼ ਮੀਟਿੰਗਾਂ ਕਰ ਰਹੇ ਆ, ਉੱਥੇ ਨਗਰ ਕੀਰਤਨ ਦੇ ਵਿੱਚ ਸਪੀਚ ਦੇ ਰਹੇ ਆ ਕਿ ਅਸੀਂ ਸਾਰੇ ਜਣੇ ਪੰਜਾਬ ਦੇ ਇਸ ਮੁਹਿੰਮ ਦੇ ਵਿੱਚ ਪੰਜਾਬ ਦੇ ਸਾਰੀ ਕਿਸਾਨੀ ਦੇ ਨਾਲ ਖੜੇ ਆ। ਸੋ ਬਹੁਤ ਚੰਗੀ ਗੱਲ ਆ, ਇੱਕ ਪੋਜ਼ਿਟਿਵ ਚੀਜ਼ ਆ ਕਿ ਪਹਿਲੀ ਵਾਰ ਜਿਹੜਾ ਹੈਗਾ ਆ ਪੰਜਾਬ ਆ ਉਹ ਇੱਕ ਮੁੱਦੇ ਨੂੰ ਲੈ ਕੇ ਇਕੱਠਾ ਹੋਇਆ ਆ।
ਜੀਰੀ ਸਟਾਰਟ ਕਰ। ਨਰਿੰਦਰਜੀਤ ਸਿੰਘ ਸੋਢੀ, ਖੇਤੀਬਾੜੀ। ਧਰਨੇ ਬੈਠੇ ਹੋ ਸਰ, ਕੀ ਮਕਸਦ ਤੁਹਾਡਾ? ਸਾਡਾ ਮਕਸਦ ਹੈਗਾ ਇਹ 3 ਕਾਨੂੰਨ ਜਿਹੜੇ ਆਏ ਆ ਇਹਨਾਂ ਦਾ ਵਿਰੋਧ ਕਰਨਾ, ਕਿਉਂਕਿ ਅੱਜ ਦੇ ਤੱਕ ਸਰਕਾਰ ਨੇ ਹਮੇਸ਼ਾ ਹੀ ਪੰਜਾਬ ਦੇ ਨਾਲ ਤੇ ਖਾਸ ਕਰਕੇ ਥੱਲੇ ਵਾਲਾ ਇੱਕ ਤਬਕੇ ਨਾਲ ਵਿਤਕਰਾ ਕੀਤਾ। ਔਰ ਜਦੋਂ 1966 ਤੋਂ ਪਹਿਲਾਂ ਜਦੋਂ ਖੇਤੀ ਉਦੋਂ ਘੱਟ ਅਨਾਜ ਹੁੰਦਾ ਸੀ, ਇਹਨਾਂ ਨੂੰ ਅਨਾਜ ਦੀ ਲੋੜ ਸੀ, ਇਹਨਾਂ ਨੇ ਉਸ ਸਮੇਂ ਬਾਹਰੋਂ ਖਾਦਾਂ ਖਰੀਦ ਕੇ ਲੈ ਕੇ ਆਉਂਦੀਆਂ ਇੱਥੇ ਔਰ ਸਾਨੂੰ ਕਿਹਾ ਕਿ ਅਨਾਜ ਦੀ ਪ੍ਰੋਡਕਸ਼ਨ ਵਧਾਓ। ਅਸੀਂ ਅਨਾਜ ਦੀ ਪ੍ਰੋਡਕਸ਼ਨ ਵਧਾਤੀ, ਪਰ ਗ੍ਰੀਨ ਰੈਵੋਲੂਸ਼ਨ ਜਿਵੇਂ ਜਿਵੇਂ ਆਈ ਗਿਆ, ਕਿਸਾਨ ਗਰੀਬ ਹੁੰਦਾ ਗਿਆ, ਪ੍ਰੋਡਕਸ਼ਨ ਵੱਧਦੀ ਗਈ। ਜਿਹੜੇ ਪ੍ਰੋਡਕਸ਼ਨ ਖਰੀਦਦੇ ਸੀ ਉਹ ਅਮੀਰ ਹੁੰਦੇ ਗਏ। ਉਹਦਾ ਅੱਜ ਇਹ ਹੈਗਾ ਕਿ ਉਹਨਾਂ ਨੂੰ ਇਹ ਲੱਗਾ ਕਿ ਕਿਉਂ ਨਾ ਖੇਤੀਬਾੜੀ 'ਤੇ ਅਸੀਂ ਆਪਣਾ ਕਬਜ਼ਾ ਕਰ ਲਈਏ, ਔਰ ਇਸੇ ਕਰਕੇ ਇਹਨਾਂ ਨੇ ਖੇਤੀਬਾੜੀ 'ਤੇ ਕਬਜ਼ਾ ਕਰਨ ਦੀ ਖਾਤਰ ਇੰਡਸਟਰੀ ਕੋਰੀਡੋਰ ਵਰਗੇ ਕਾਨੂੰਨ ਪਾਸ ਕਰਨ ਲਈ ਇਹ 3 ਕਾਨੂੰਨ ਲਿਆਂਦੇ ਇਹਨਾਂ ਨੇ। ਔਰ ਉਹ ਕਾਨੂੰਨਾਂ 'ਤੇ ਹੌਲੀ ਹੌਲੀ ਇਹਨਾਂ ਨੂੰ ਹੈਗਾ ਕਿ ਜਿਹੜੇ ਕਾਰਪੋਰੇਟ ਘਰਾਣੇ ਇੱਥੇ ਆ ਜਾਣ। ਇਹ ਜਿਹੜੇ ਮੋਦੀ ਸਰਕਾਰ ਜਾਂ ਦੂਜੇ ਆ, ਇਹ ਕਾਰਪੋਰੇਟ ਘਰਾਣਿਆਂ ਦੀ ਸੇਵਾ ਕਰਦੇ ਆ, ਔਰ ਉਹ ਸੇਵਕ ਜਿਹੜੇ ਆ ਉਹ ਫਿਰ ਉਸੇ ਦਾ ਔਰ ਲੋਕ। ਸਰ ਤੁਸੀਂ ਜੋ ਪੰਪ ਦਾ ਘਰਾ ਕੀਤਾ ਹੈ, ਤੁਹਾਨੂੰ ਲੱਗਦਾ ਜੀ ਪੰਪ ਦੇ ਘਰਾਣੇ ਨਾਲ ਤੁਹਾਡੇ ਮਸਲਾ ਹੱਲ ਹੋ ਜਾਏਗਾ? ਨਹੀਂ, ਇਹਦਾ ਮਸਲਾ ਭਾਵੇਂ ਨਾ ਹੱਲ ਹੋਵੇ, ਪਰ ਦਬਾਅ ਸਾਡੇ ਤੇ ਪੈਦਾ, ਕਿਉਂਕਿ ਅਸੀਂ ਕਰੀਏ ਕੀ, ਜੋ ਸਾਡੀ ਧੌਣ ਨੂੰ ਕੋਈ ਆ ਪੈਂਦਾ, ਸਾਨੂੰ ਕੁਛ ਨਾ ਕੁਛ ਤਾਂ ਕਰਨਾ ਪਊਗਾ। ਔਰ ਉਹ ਇਹ ਜਿਹੜੇ ਵੱਡੇ ਕਾਰਪੋਰੇਟ ਘਰਾਣੇ ਆ, ਉਹਨਾਂ ਦਾ ਇਹ ਪੈਟਰੋਲ ਪੰਪ ਆ। ਅਸੀਂ ਇਹਨੂੰ ਇਸ ਕਰਕੇ ਘੇਰਿਆ ਕਿ ਸਰਕਾਰ ਦੇ ਬਹੁਤ ਨੇੜੇ ਆ। ਔਰ ਕੈਪਟਨ ਸਾਹਿਬ ਦਾ ਫੈਸਲਾ ਆਇਆ, ਉਹਨੂੰ ਕਿੱਦਾਂ ਦੇਖਦੇ ਹੋ? ਜਿਹੜਾ ਕੈਪਟਨ ਸਾਹਿਬ ਦਾ, ਉਹਨੇ ਆਪਣਾ ਮਰਿਆ ਸਭ ਆਪਦੇ ਘਰੋਂ ਲਾ ਕੇ ਵੀ ਮੈਂ ਪਿੰਡਾਂ ਜਾ ਸਕਾਂ, ਉਹ ਵੋਟਿੰਗ ਸਟੰਟ ਹੈ, ਇਹ ਤੋਂ ਬਾਅਦ ਕੁਛ ਨਹੀਂ ਹੈ। ਕੀ ਸਰ ਸੁਪਰੀਮ ਕੋਰਟ ਜਾਓਗੇ ਉਹਦੇ ਨਾਲ? ਨਹੀਂ, ਅਸੀਂ ਸੁਪਰੀਮ ਕੋਰਟ ਤੇ ਵਿਸ਼ਵਾਸ ਨਹੀਂ ਰੱਖਦੇ। ਸਾਨੂੰ ਉਹ ਜਾਣ ਨਾ ਜਾਣ, ਅਸੀਂ ਆਪਦੀ ਲੜਾਈ ਇੱਥੇ ਲੜਾਂਗੇ ਸੜਕਾਂ ਦੇ ਉੱਤੇ। ਹਾਂਜੀ ਬਾਈ ਜੀ, ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਤੁਹਾਨੂੰ ਪਤਾ ਹੀ ਹੈ ਵੀ ਜੋ ਸਰਕਾਰ ਨੇ 3 ਆਰਡੀਨੈਂਸ ਬਿੱਲ ਆਏ ਨੇ, ਸਾਰਾ ਜਿਹੜਾ ਸਾਡਾ ਪੂਰਾ ਵਰਲਡ ਹੈ ਜੀ ਉਹ ਤਰਾਹ ਕਰ ਰਿਹਾ। ਕਿਸਾਨੀ ਨਾਲ ਜਿਹੜਾ ਵਰਗ ਜੁੜਿਆ ਹਰੇਕ ਤਰਾਹ ਕਰ ਰਿਹਾ। ਸੋ ਇਸ ਕਰਕੇ ਅੱਜ ਜਿਹੜਾ ਰਿਲਾਇੰਸ ਪੰਪ ਸੀ, ਇਹ ਅਸੀਂ ਸਾਰੇ ਕਿਸਾਨ ਵੀਰਾਂ ਨੇ ਮੁੱਖ ਤੌਰ ਤੇ, ਕਿਸੇ ਵੀ ਕੋਈ ਜਥੇਬੰਦੀ ਦਾ ਨਹੀਂ, ਸਾਰੀਆਂ ਜਿੰਨੇ ਵੀ ਹਰੇਕ ਵੀਰ ਨੂੰ ਅਸੀਂ ਇੱਥੇ ਸੱਦਾ ਵਾ, ਜਿੰਨੀਆਂ ਵੀ ਜਥੇਬੰਦੀਆਂ ਸਾਡੇ ਨਾਲ ਆ ਕੇ ਇੱਥੇ ਸ਼ਮੂਲੀਅਤ ਕਰ ਸਕਦੀਆਂ ਨੇ। ਕੋਈ ਸਾਡਾ ਸਪੈਸੀਫਿਕ ਬੰਦੇ ਨੇ, ਸਾਰੇ ਕਿਸਾਨੀ ਨਾਲ ਜਿਹੜੇ ਜੁੜੇ ਨੇ, ਕਿਸਾਨੀ ਦਾ ਦਰਦ ਰੱਖਣ ਵਾਲੇ ਵੀਰ ਸਾਰੇ ਇੱਥੇ ਪਹੁੰਚੇ ਨੇ। ਤੇ ਅਸੀਂ ਇਹੀ ਵੀਰ ਮੰਗ ਆ ਸਾਡੀ ਵੀ ਜਿਹੜੇ ਸਰਕਾਰ ਨੇ ਸਾਡੇ ਤੇ 3 ਸਾਨੂੰ ਇੱਕ ਤਰ੍ਹਾਂ ਦੀ ਜਿਵੇਂ ਕਹਦੀ ਗੱਲ, ਸਾਨੂੰ ਗਲ ਫਾਹਾ ਪਾਤਾ, ਸਾਡੇ ਮੌਤ ਲਿਆਤੀ, ਸਾਨੂੰ ਜਿਹੜੇ 3 ਆਰਡੀਨੈਂਸ ਬਿੱਲ ਲਿਆਤੇ, ਇਹਦੇ ਨਾਲ ਅਸੀਂ ਡੁੱਬ ਜਾਣਾ। ਤੇ ਇਸ ਕਰਕੇ ਅਸੀਂ ਮਹੀਨੇ ਤੋਂ ਉੱਪਰ ਹੋ ਗਿਆ, ਅਸੀਂ ਸਾਰੇ ਕੰਮਕਾਰ ਛੱਡ ਕੇ, ਸਾਰਾ ਕੁਝ ਛੱਡ ਕੇ ਅਸੀਂ ਬਿਲਕੁਲ ਬਿੱਲਾਂ ਦਾ ਵਿਰੋਧ ਕਰ ਰਹੇ ਹਾਂ ਸਖਤ ਸ਼ਬਦਾਂ ਦੇ ਵਿੱਚ। ਕਿਉਂਕਿ ਸਾਨੂੰ ਪਤਾ ਵਾ, ਇੱਕ ਹੋਰ ਬਹੁਤ ਮੈਂ ਕਿਸਾਨ ਵੀਰਾਂ ਨੂੰ ਤੁਹਾਡੇ ਮਾਧਿਅਮ ਰਾਹੀਂ ਦੱਸਣਾ ਚਾਹੁੰਦਾ ਬਾਈ ਜੀ, ਟਰੱਕਾਂ ਦੇ ਟਰੱਕ ਭਰ ਕੇ ਸਾਨੂੰ ਇਹ ਸਾਜ਼ਿਸ਼ ਦੇ ਤਹਿਤ ਸਾਨੂੰ ਟਰੱਕਾਂ ਦੇ ਟਰੱਕ ਭਰ ਕੇ ਸਾਡੇ ਪੰਜਾਬ ਦੇ ਯੂਪੀ ਬਿਹਾਰ ਤੋਂ ਸਾਡੇ ਟਰੱਕਾਂ ਦੇ ਟਰੱਕ ਆ ਰਹੇ ਨੇ, ਤਾਂ ਜੋ ਜਿਹੜੀ ਸਾਡੀ ਪਹਿਲਾਂ ਹੀ ਜਿੰਨੇ 1000 ਟਨ ਸਾਨੂੰ ਚਾਹੀਦਾ ਪੰਜਾਬ ਦੇ ਵਿੱਚ, ਇਹ ਪਹਿਲਾਂ ਹੀ ਪੂਰਾ ਕਰ ਦੇਣਾ। ਸਾਡੀ ਫਸਲ ਵੀ ਇਹਨਾਂ ਨੇ ਪੂਰੀ ਸਾਨੂੰ ਨਹੀਂ ਲੈਣੀ, ਜੋ ਇਸ ਹਿਸਾਬ ਨਾਲ ਸਾਨੂੰ ਹਾਲਾਤ ਲੱਗਦੇ ਨੇ ਬਾਈ ਜੀ। ਫੈਸਲਾ ਆਇਆ ਵਾ ਕੈਪਟਨ ਸਾਹਿਬ ਦਾ, ਬਾਈ ਜੀ ਬਿਲਕੁਲ, ਮੈਂ ਪਹਿਲੇ ਦਿਨ ਤੋਂ ਹੀ ਅਸੀਂ ਕਹਿੰਦੇ ਆ ਵੀ ਜਿਹੜਾ ਕਿਸਾਨੀ ਦੇ ਨਾਲ ਜੁੜਿਆ ਹੋਇਆ ਜੀ, ਕਿਸਾਨੀ ਦੀ ਵੀਰੇ ਗੱਲ ਕਰਦਾ, ਅਸੀਂ ਉਹਦਾ ਸਵਾਗਤ ਕਰਦੇ ਆ ਜੀ। ਬਿਲਕੁਲ ਉਹਨਾਂ ਨੇ ਵਧੀਆ ਕੀਤਾ। ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਜਿੰਨੇ ਵੀਰ ਨੇ, ਕਿਉਂਕਿ ਸਾਡੀਆਂ ਪੋਲੀਟੀਕਲ ਪਾਰਟੀਆਂ ਨੇ ਉਹ ਸਾਡੀ ਵੋਟ ਨਾਲ ਵਰਦੀਆਂ ਨੇ, ਅਸੀਂ ਇਹੀ ਕਹਿੰਦੇ ਆ ਵੀ ਉਹਨਾਂ ਨੂੰ ਪਹਿਲਾਂ ਸਾਡੇ ਮੂਹਰੇ ਲੱਗ ਕੇ ਚੱਲਣਾ ਚਾਹੀਦਾ, ਅਸੀਂ ਮਗਰ ਲੱਗਾਂਗੇ। ਇਸ ਕਰਕੇ ਉਹ ਸਾਡਾ ਸਾਥ ਦੇਣ, ਪਰ ਸੱਚੀ ਨੀਤ ਤੋਂ। ਅਸੀਂ ਕਹਿੰਦਾ ਮਨ ਦੇ ਵਿੱਚ ਬਿਲਕੁਲ ਖੋਟ ਨਾ ਹੋਵੇ, ਸੱਚੀ ਨੀਤ ਨਾ ਹੋ। ਅਸੀਂ ਬਿਲਕੁਲ ਉਹਨਾਂ ਦੇ ਨਾਲ ਮੋਢਾ ਦੇ ਨਾਲ ਮੋਢਾ ਖਾ ਕੇ, ਨੌਜਵਾਨ ਪੀੜ੍ਹੀ ਬਿਲਕੁਲ ਉਹਨਾਂ ਦੇ ਨਾਲ ਖੜੀ ਹੈ, ਇੱਟ ਨਾਲ ਇੱਟ ਮੋਦੀ ਦੀ ਖੜਕਾ ਕੇ ਰੱਖ ਦਿਆਂਗੇ। ਪੰਜਾਬੀਆਂ ਦਾ ਕੋਟਾ ਰੱਖਣ ਇੱਕ ਨੌਕਰੀ 'ਚ। ਹਾਂਜੀ ਬਿਲਕੁਲ ਬਾਈ ਜੀ, ਅਣਮਿੱਥੇ ਸਮੇਂ ਲਈ ਧਰਨਾ ਵਾ ਜੀ ਇਹ ਰਿਲਾਇੰਸ ਪੰਪ ਦੇ ਉੱਤੇ। ਜਿੰਨੇ ਵੀ ਅਸੀਂ ਬਾਈਕਾਟ ਨੇ, ਹੁਣ ਹੋਰ ਵੀ ਜਿੰਨੇ ਮਾਲ ਨੇ, ਉਹਨਾਂ ਦਾ ਵੀ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਯੂਥ ਸਾਨੂੰ ਇਕੱਠਾ ਹੋ ਰਿਹਾ, ਸ਼ਹਿਰ ਦੇ ਵੀ ਜਿੰਨੇ ਪੰਪ ਨੇ ਉਹਨਾਂ ਨੂੰ ਵੀ ਆਉਣ ਵਾਲੇ ਸਮੇਂ ਦੇ ਵਿੱਚ ਬੰਦ ਕਰਨ ਜਾ ਰਹੇ ਹਾਂ। ਉਹ ਟਰੱਕ ਰੋਕੇ ਹੋਏ ਨੇ ਵੀਰੇ, ਟਰੱਕ ਰੋਕੇ ਹੋਏ ਨੇ। ਅਸੀਂ ਵੀ ਇੱਥੇ ਪੂਰੀ ਰਾਤ ਨੂੰ, ਅਸੀਂ ਆਪ ਰਹਿੰਦੇ ਹਾਂ ਇੱਥੇ ਧਰਨਿਆਂ ਦੇ ਵਿੱਚ, ਅਸੀਂ ਰਾਤ ਨੂੰ ਵੀ ਇੱਥੇ ਦੇਖਦੇ ਹਾਂ ਵੀ ਜਦੋਂ ਵੀ ਕੋਈ ਟਰੱਕ ਆਉਂਦਾ ਉਹਦੀ ਪੁੱਛਗਿੱਛ ਕਰਦੇ ਆ ਵੀ ਕੋਈ ਜਿਹੜੇ ਬਾਹਰੋਂ ਤਾਂ ਨਹੀਂ ਆ ਰਹੇ। ਵੈਸੇ ਸਾਨੂੰ ਪਤਾ ਲੱਗ ਗਿਆ ਵੀ ਬਹੁਤ ਟਰੱਕ ਜਿਹੜੇ ਉੱਥੇ ਬਾਰਡਰ ਤੇ ਰੋਕੇ ਨੇ, ਉਹਨਾਂ ਦੀ ਪੁੱਛਗਿੱਛ ਦੇ ਹਿਸਾਬ ਨਾਲ ਹੀ ਆਉਂਦੇ ਨੇ। ਬਿਲਕੁਲ ਪੰਜਾਬ ਦਾ ਦਾਣਾ ਵਿਕੂਗਾ, ਅਸੀਂ ਬਾਹਰਲਾ ਦਾਣਾ ਬਿਲਕੁਲ, ਜੇ ਕੋਈ ਯੂਪੀ ਬਿਹਾਰ ਤੋਂ ਦਾਣਾ ਇੱਥੇ ਆਊਗਾ ਸਾਡੇ ਵਿਕਣ, ਅਸੀਂ ਬਿਲਕੁਲ ਨਹੀਂ ਵਿਕਣ ਦੇਵਾਂਗੇ।